ਢਿੱਲੋਂ ਸਾਹਿਬ ਅੱਜ ਨਾ ਇਦਾਂ ਦੇ ਮੁੱਦੇ ਖੜੇ ਹੋਏ ਹੋਏ ਆ ਵੀ ਹੁਣ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਖਤਮ ਕਰੀਏ। ਪੰਜਾਬ ਦੇ ਨਾਲ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਨਾਲ ਸਾਡੀ ਕੌਮ ਦੇ ਨਾਲ ਜੋ ਖਿਲਵਾੜ ਹੋ ਰਿਹਾ, ਭਾਵੇਂ ਕਿਸਾਨੀ ਨੂੰ ਲਾ ਲਓ, ਹਰਿਆਵਲੀ ਜਿਹੜਾ ਗ੍ਰੀਨ ਟ੍ਰਿਬਿਊਨਲ ਨੂੰ ਲੈ ਕੇ ਜਦੋਂ ਕਹਿੰਦੇ ਸੀ ਪੰਜਾਬ ਦੇ ਵਿੱਚ ਹਰਾ ਇਨਕਲਾਬ ਲਿਆਉਣਾ, ਲੋਕਾਂ ਨੂੰ ਫਸਾ ਦਿੱਤਾ ਸੀ ਫਸਲੀ ਚੱਕਰ ਦੇ ਵਿੱਚ, ਝੋਨਾ ਲਾ ਲਓ, ਕਣਕ ਲਾ ਲਓ। ਪਰ ਹੁਣ ਕਿਸਾਨ ਇੰਨਾ ਬੁਰੀ ਤਰ੍ਹਾਂ ਫਸ ਗਿਆ ਆ, ਨਿਕਲਣਾ ਮੁਸ਼ਕਿਲ ਹੋ ਗਿਆ। ਬਦਲ ਹੈ ਨਹੀਂ ਇਹਨਾਂ ਦੇ ਕੋਲ ਫਸਲਾਂ ਦਾ ਕੋਈ ਵੀ। ਜੇ ਬਦਲ ਹੈਗਾ ਆ ਤੇ ਉਹਦੇ ਪ੍ਰੋਪਰ ਮੁੱਲ ਨਹੀਂ ਮਿਲਦੇ। ਸਰਕਾਰਾਂ ਜਿਹੜੀ ਕਿਸਾਨਾਂ ਨੂੰ ਬੇਵਕੂਫ ਬਣਾ ਰਹੀਆਂ। ਜਿਹੜੀ ਮਰਜ਼ੀ ਸਰਕਾਰ ਹੋਵੇ, ਮੋਦੀ ਸਾਹਿਬ ਲੋਲੀਪੌਪ ਦੇ ਦਿੰਦੇ ਆ, ਮਨ ਕੀ ਬਾਤ ਕਰਦੇ ਆ, ਸੁਣਦੇ ਕਿਸੇ ਦੀ ਨਹੀਂ ਉਹ, ਕਿਉਂਕਿ ਜਦੋਂ ਆਪ ਹੀ ਬੋਲੀ ਜਾਣਾ ਆ ਤੇ ਉਹਦੀ ਵੈਲਿਊ ਡਿਫਰੈਂਟ ਹੁੰਦੀ ਹੈ। ਜੇ ਦੂਜੇ ਦੀ ਸੁਣੀਏ ਤਾਂ ਪਤਾ ਲੱਗਦਾ। ਜੇ ਸਵਾਲਾਂ ਦੇ ਜਵਾਬ ਨਹੀਂ ਦੇਣੇ, ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ, ਪਾਰਲੀਮੈਂਟ ਦੇ ਵਿੱਚ ਜਵਾਬ ਨਹੀਂ ਦੇਣੇ, ਸਿਰਫ ਬੋਲਣਾ ਹੀ ਜਾਣਦੇ ਆ। ਭਾਵੇਂ ਬਾਹਰਲੇ ਦੇਸ਼ਾਂ 'ਚ ਹੋਣ ਤੇ ਭਾਵੇਂ ਇੱਥੇ ਹੋਣ, ਬੋਲਦੇ ਹੀ ਬਹੁਤ ਆ। ਭਾਵੇਂ ਲਾਲ ਕਿਲੇ 'ਚ ਡੇਢ ਘੰਟਾ ਬੋਲ ਜਾਂਦੇ ਆ। ਪਰ ਹੁਣ ਜਿਹੜਾ ਕਿਸਾਨਾਂ ਦਾ ਅੰਦੋਲਨ ਆ, ਇਹਨੇ ਪੰਜਾਬ ਸਰਕਾਰ, ਹਰਿਆਣਾ ਸਰਕਾਰ ਤੇ ਸੈਂਟਰ ਸਰਕਾਰ ਨੂੰ ਵਕਤ ਪਾਇਆ ਹੋਇਆ। ਖਾਸ ਕਰਕੇ ਜਿਹੜੀ ਬੀਜੇਪੀ ਦੀ ਸਹਿਯੋਗੀ ਪਾਰਟੀ ਆ, ਉਹ ਤਾਂ ਇਸ ਟਾਈਮ ਇੰਨੀ ਬੁਰੀ ਤਰ੍ਹਾਂ ਫਸ ਗਈ 3-4 ਮੁੱਦਿਆਂ ਦੇ ਵਿੱਚ। ਅੱਜ ਮੇਨ ਮੁੱਦੇ ਵੀ ਸਾਰੇ ਉਹੀ ਆ ਤੇ ਹੁਣ ਪੁਰਾਣੇ ਖੱਦਰ ਵਾਂਗੂ ਉਧੇੜਨਾ ਪੈਣਾ ਜੀ ਮੁੱਢ ਤੋਂ। ਕਿਸਾਨੀ ਮੁੱਦੇ ਤੋਂ ਆਪਾਂ ਚੱਲਦੇ ਹਾਂ ਜੀ। ਪੂਰਾ ਸਰਕਾਰਾਂ ਨੂੰ ਵਕਤ ਪਾਇਆ, ਇਸ ਵਿਸ਼ੇ ਤੇ ਗੱਲ ਕਰਦੇ ਹਾਂ, ਫਿਰ ਆਪਾਂ ਨੈਕਸਟ ਚੱਲਦੇ ਹਾਂ ਜੀ। बिल्कुल जी, किसानी के मुद्दे की जो आप गल करते हैं, मैं तुहाडे नाल सहमत हाँ। जे तां असीं साडे भाईचारे की गल करते हैं, साडे कम्यूनिटी की गल करें तो कम्यूनिटी साडी दो किस्म की है जी। एक हैगा साडी जिहड़ी है वक्री पछाण, उस पक्ष तो उत्थे असीं सिख कम्यूनिटी हाँ। लेकिन जिथे ये अंदोलन का सवाल आ गया, इत्थे जिहड़ी हैगी है किसान कम्यूनिटी है। ਇਹਦੇ ਵਿੱਚ ਇਕੱਲੇ ਸਿੱਖ ਨਹੀਂ, ਇਹਦੇ ਵਿੱਚ ਗੈਰ ਸਿੱਖ ਲੋਕ ਵੀ ਹੈਗੇ ਆ। ਮਿਸਾਲ ਦੇ ਤੌਰ ਤੇ ਤੁਸੀਂ ਦੇਖੋਗੇ ਹਰਿਆਣੇ ਦੇ ਵਿੱਚ ਜਿਹੜਾ ਜਾਟ ਭਾਈਚਾਰਾ ਹੈ ਉਹ ਸਿੱਖ ਨਹੀਂ ਹੈਗੇ ਜੀ, ਉਹ ਗੈਰ ਸਿੱਖ ਹੈ। ਲੇਕਿਨ ਜਾਟ ਭਾਈਚਾਰਾ ਵੀ ਇਸ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਕੁੱਦਿਆ ਹੋਇਆ ਹੈ। ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਜਿੰਨੀ ਮੁਸੀਬਤ ਜਾਟ ਭਾਈਚਾਰੇ ਨੇ ਭਾਰਤੀ ਜਨਤਾ ਪਾਰਟੀ ਨੂੰ ਪਾਈ ਹੈ, ਉਨੀ ਅਜੇ ਸਾਡੇ ਵਾਲੇ ਪਾਸੋਂ ਨਹੀਂ ਹੈ ਪਈ। ਕਿਉਂਕਿ ਸਾਡੀਆਂ ਕਿਸਾਨ ਜਥੇਬੰਦੀਆਂ ਬਹੁਤ ਸਾਰੇ ਥਾਵਾਂ ਤੇ ਵੰਡੀਆਂ ਹੋਈਆਂ। ਜਿਹੜੀ ਅੰਦਰੂਨ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਕਾਰਵਾਈ ਆ, ਉਹ ਵੀ ਬਰਾਬਰੀ ਚੱਲਦੀ ਰਹਿੰਦੀ ਹੈ ਕਿ ਮੈਂ ਆਪਣੇ ਆਪ ਨੂੰ ਵੱਡਾ ਹੋ ਕੇ ਦਿਖਾਵਾਂ। ਔਰ ਮੈਨੂੰ ਬਹੁਤ ਹੀ ਇਹ ਵੀ ਅਫਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਕਿ ਇਹਦੇ ਵਿੱਚ ਸਾਡੇ ਅਖਬਾਰਾਂ ਵਾਲੇ ਵੀ ਕਿਸਾਨ ਭਾਈਚਾਰੇ ਦੀ ਗੱਲ ਕਰਨ ਦੀ ਬਜਾਏ ਕਈ ਵਾਰੀ ਜਿਹਦੇ ਨਾਲ ਨੇੜਤਾ ਹੁੰਦੀ ਆ, ਉਸੇ ਆਰਗੇਨਾਈਜੇਸ਼ਨ ਨੂੰ ਚੱਕਦਾ ਕਿ ਫਲਾਨੀ ਆਰਗੇਨਾਈਜੇਸ਼ਨ ਨੇ ਇੱਕ ਕੁਛ ਕੀਤਾ। ਕੱਲ ਜਿਹੜਾ ਅੰਦੋਲਨ ਹੋਇਆ ਹੈ, ਕੱਲ ਪਾਰਲੀਮੈਂਟ ਦੇ ਵਿੱਚ ਇਹਦੇ ਤੇ ਵੋਟਿੰਗ ਹੋਈ ਸੀ। ਇੱਕ ਜਿਹੜਾ ਹੈਗਾ ਆਰਡੀਨੈਂਸ ਐਕਟ ਬਿੱਲ ਹੈ ਉਹਦੇ ਤੇ ਜੀ, ਔਰ ਉਹਦੇ ਵਿਰੋਧ ਵਿੱਚ ਕੱਲ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਹੋਏ ਆ, ਹਰਿਆਣਾ 'ਚ ਵੀ ਪ੍ਰੋਟੈਸਟ ਹੋਏ ਆ, ਔਰ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕ ਹੈ ਜਿਹੜੇ ਉਹਨਾਂ ਨੇ ਵੀ ਪ੍ਰੋਟੈਸਟ ਕੀਤੇ ਹੈ ਜੀ। ਲਗਭਗ ਸਾਰੀਆਂ ਹੀ ਜਰਨੈਲੀ ਸੜਕਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਸੀ। ਬਹੁਤ ਲੰਬੇ ਕਾਫਲੇ ਸੜਕਾਂ ਦੇ ਦੁਆਲੇ ਖੜੇ ਹੋਏ ਸੀ ਕਿਉਂਕਿ ਲੋਕਾਂ ਨੇ ਧਰਨੇ ਲਾਏ ਹੋਏ ਸੀ। ਤਿੰਨ ਦਰਿਆ ਟਾਂਡਾ, ਹਰਗੋਬਿੰਦਪੁਰ ਸਾਹਿਬ, ਉਹ ਪੁਲ ਹੈ ਜਿਹੜਾ ਜੀ ਉਹ ਕਿਸਾਨਾਂ ਨੇ ਰੋਕਿਆ ਹੋਇਆ ਸੀ। ਬਿਆਸ ਵਾਲਾ ਪੁਲ ਹੈ ਜਿਹੜਾ ਇਧਰਲੇ ਪਾਸੇ ਰੋਕਿਆ ਹੋਇਆ ਸੀਗਾ ਜੀ, ਹਰੀਕੇ ਜਿਹੜਾ ਹੈਗਾ ਹੈਡਵਰਕਸ। ਔਰ ਇਹ ਤਿੰਨੇ ਜਿਹੜੇ ਹੈਗੇ, ਬਿਆਸ ਦਾ ਹਰੀਕੇ ਹੈਡਵਰਕਸ ਹੋ ਗਿਆ ਤੇ ਟਾਂਡਾ ਵਾਲਾ ਤੇ ਹਰਗੋਬਿੰਦ ਸਿੰਘ ਬਾਵਾ ਪੁਲ ਹੋ ਗਿਆ। ਮਤਲਬ ਮਾਝਾ ਕੱਲ ਦੁਆਬੇ ਨਾਲੋਂ ਔਰ ਮਾਝੇ ਨਾਲੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ ਜੀ। ਜੇ ਅਸੀਂ ਦੇਖੀਏ ਕੋਈ ਵੀ ਸੜਕ, ਕੋਈ ਵੀ ਤੁਹਾਨੂੰ ਕਸਬਾ ਅਜਿਹਾ ਨਹੀਂ ਸੀ ਮਿਲਦਾ ਜਿੱਥੇ ਕਿਸਾਨਾਂ ਦਾ ਪ੍ਰੋਟੈਸਟ ਨਹੀਂ ਸੀ ਦਿਖਦਾ। ਕਿਤੇ ਗਿਣਤੀ ਘੱਟ ਸੀ, ਕਿਤੇ ਵੱਧ ਸੀ। ਔਰ ਪੁਲਿਸ ਵਾਸਤੇ, ਹਕੂਮਤ ਵਾਸਤੇ ਵੀ ਬਹੁਤ ਵੱਡੀ ਮੁਸੀਬਤ ਪਈ ਹੋਈ ਸੀ। ਪੁਲਿਸ ਨੂੰ ਇਹ ਪ੍ਰੋਬਲਮ ਸੀ ਕਿ ਇਹਨਾਂ ਕਿਸਾਨਾਂ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ, ਉਹਦੀ ਵਜ੍ਹਾ ਕਾਰਨ ਆਵਾਜਾਈ ਜਿਹੜਾ ਵਿਘਨ ਪਿਆ ਵਾ, ਉਹਨੂੰ ਆਵਾਜਾਈ ਨੂੰ ਕਿਵੇਂ ਸੁਚਾਰੂ ਕੀਤਾ ਜਾਵੇ। ਖੈਰ ਕੱਲ ਪੁਲਿਸ ਨੇ ਬਹੁਤ ਹੀ, ਮੈਂ ਸਮਝਣਾ ਪੁਲਿਸ ਵੀ ਵਧਾਈ ਦੀ ਪਾਤਰ ਹੈ ਕਿ ਇਹਨਾਂ ਨੇ ਕਿਸੇ ਕਿਸਮ ਦਾ ਟਕਰਾਅ ਨਹੀਂ ਕਿਸਾਨਾਂ ਦੇ ਨਾਲ ਲਿਆ। ਬਦਲਵੇਂ ਰਸਤਿਆਂ ਦਾ ਪ੍ਰਬੰਧ ਕਰ ਦਿੱਤਾ, ਲੋਕਾਂ ਨੂੰ ਤਕਲੀਫ ਹੋਈ, ਆਉਣਾ ਜਾਣਾ ਦੂਰ ਪਿਆ, ਉਹ ਵੀ ਚਲੋ ਕੋਈ ਖਾਸ ਗੱਲ ਨਹੀਂ, ਲੋਕ ਕੱਟ ਲੈਂਦੇ ਜਦੋਂ ਦੇਖਦੇ ਆ ਕਿ ਇੱਕ ਭਾਈਚਾਰੇ ਦੇ ਗਲ 'ਚ ਕੂਠਾ ਦਿੱਤਾ ਜਾ ਰਿਹਾ ਤੇ ਜੇ ਉਹ ਰੋਂਦਾ ਪਿੱਟਦਾ ਨੂੰ ਰੋ ਪਿੱਟ ਲੈਣ ਦਿਓ। ਲੋਕਾਂ ਨੇ ਵੀ ਕੋਈ ਬਹੁਤਾ ਪ੍ਰੋਟੈਸਟ ਨਹੀਂ ਕੀਤਾ। ਹਾਂ, ਪਟਿਆਲੇ ਤੋਂ ਕੋਈ ਇੱਕ ਵਿਅਕਤੀ ਹੈਗਾ ਜਿਹਨੇ 2019 ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ, ਤੇ ਕੱਲ ਉਹਨੇ ਅਰਜੀ ਫੇਰ ਦਾਇਰ ਕਰ ਦਿੱਤੀ ਹੈ ਜੀ ਕਿਸਾਨਾਂ ਨੂੰ ਸੜਕਾਂ ਰੋਕਣ ਤੋਂ ਵਰਜਿਆ ਜਾਵੇ। ਉਹਦਾ ਇਹ ਕਹਿਣਾ ਸੀ ਕਿ ਕਰੋਨਾ ਦੀ ਵਜ੍ਹਾ ਕਾਰਨ ਜਿਹੜੀ ਮਹਾਮਾਰੀ ਫੈਲੀ ਹੋਈ ਹੈ, ਉਹਨਾਂ ਦੇ ਮਰੀਜ਼ਾਂ ਨੂੰ ਜਿਹੜਾ ਹਸਪਤਾਲਾਂ 'ਚ ਲਿਜਾਣ ਦਾ ਸਿਲਸਿਲਾ ਹੈ, ਉਹ ਸਿਲਸਿਲਾ ਜਿਹੜਾ ਹੈਗਾ ਉਹ ਥੋੜਾ ਜਿਹਾ ਗੜਬੜਾਉਂਦਾ ਹੈ।
ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਇਸ ਲਈ ਹਾਈ ਕੋਰਟ ਹੁਕਮ ਦੇਵੇ ਕਿ ਇਹ ਇਸ ਕਿਸਮ ਦੇ ਜਿਹੜੇ ਅੰਦੋਲਨ ਆ ਉਹ ਨਹੀਂ ਹੋਣੇ ਚਾਹੀਦੇ। ਵੱਡੀ ਗੱਲ ਇਹ ਹੈ ਕਿ ਦੋ ਪਰਿਵਾਰ ਪੰਜਾਬ ਦੇ ਜਿਹੜੇ ਵੱਡੇ ਪਰਿਵਾਰ ਹੈ, ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਵੀ ਕਾਫੀ ਵੱਡਾ ਧਰਨਾ ਲਾਇਆ ਹੋਇਆ ਹੈ, ਔਰ ਬਾਦਲ ਪਰਿਵਾਰ ਦਾ ਜਿਹੜਾ ਦੀ ਰਿਹਾਇਸ਼ ਹੈ ਬਾਦਲ ਪਿੰਡ ਦੇ ਵਿੱਚ, ਉੱਥੇ ਵੀ ਧਰਨਾ ਲਾਇਆ ਹੋਇਆ ਹੈ। ਪਟਿਆਲੇ ਵਾਲੀ ਸਥਿਤੀ ਜਿਹੜੀ ਹੈਗੀ ਹੈ, ਮੇਰਾ ਖਿਆਲ ਉੱਥੇ ਕੋਈ ਬਹੁਤਾ ਵਿਰੋਧ ਨਹੀਂ ਕੀਤਾ। ਉਹਨਾਂ ਨੇ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਰਿਹਾਇਸ਼ ਹੈ, ਪੁਲਿਸ ਨੇ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਕਿ ਲੋਕ ਉਧਰ ਅੰਦਰ ਨਾ ਵੜ ਜਾਣ ਜਾਂ ਉਸ ਪਾਸੇ ਨੂੰ ਨਾ ਚਲੇ ਜਾਣ, ਉਹਨਾਂ ਨੇ ਉਹ ਰੋਕਿਆ। ਲੇਕਿਨ ਜੇ ਇਧਰਲੇ ਪਾਸੇ ਅਸੀਂ ਦੇਖੀਏ, ਸਾਡੇ ਵਾਲੇ ਪਾਸੇ ਤਾਂ ਕੱਲ ਜਦੋਂ ਕਾਫਲਾ ਕਿਸਾਨਾਂ ਦਾ ਵੱਡਾ ਕਾਫਲਾ ਇਕੱਠਾ ਹੋ ਕੇ ਬਾਦਲ ਪਿੰਡ ਵੱਲ ਨੂੰ ਵਧ ਰਿਹਾ ਸੀ, ਤਾਂ ਕਾਲ ਝਰਾਣੀ ਪਿੰਡ ਹੈ ਬਾਦਲ ਤੋਂ 3 ਕਿਲੋਮੀਟਰ ਉਰੇ ਬਠਿੰਡੇ ਵਾਲੇ ਪਾਸੇ, ਔਰ ਇਹ ਉਹੀ ਕਾਲ ਝਰਾਣੀ ਪਿੰਡ ਹੈ ਜਿੱਥੇ ਪ੍ਰਕਾਸ਼ ਸਿੰਘ ਬਾਦਲ ਨੇ ਜਨਮ ਲਿਆ ਸੀ। ਭਾਵੇਂ ਪਿੰਡ ਉਹਨਾਂ ਦੀ ਰਿਹਾਇਸ਼ ਬਾਦਲ ਹੈ, ਪਰ ਉਹਨਾਂ ਦੀ ਜਾਇਦਾਦ ਕਾਫੀ ਇੱਥੇ ਵੀ ਪਈ ਹੈ, ਇੱਥੇ ਹੀ ਉਹਨਾਂ ਨੇ ਜਨਮ ਲਿਆ ਸੀ। ਔਰ ਇਹੀ ਉਹ ਪਿੰਡ ਹੈ ਜਿੱਥੇ ਜਦੋਂ ਬਾਦਲ ਪਰਿਵਾਰ ਸੱਤਾ 'ਚ ਹੁੰਦਾ ਸੀ ਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਆ ਕੇ ਉਤਰਦਾ ਹੁੰਦਾ ਸੀ, ਉਹ ਹੈਲੀਕਾਪਟਰ ਵਾਸਤੇ ਜਿਹੜਾ ਹੈਲੀਪੈਡ ਹੈ ਉਹ ਵੀ ਇਸੇ ਪਿੰਡ 'ਚ ਹੀ ਬਣਾਇਆ ਹੋਇਆ ਸੀ। ਉੱਥੇ ਜਦੋਂ ਲੋਕ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਲੋਕਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇੱਥੋਂ ਤੱਕ ਯਤਨ ਕੀਤਾ ਗਿਆ ਕਿ ਉਹ ਲੋਕ ਕਿਤੇ ਬਾਦਲ ਪਰਿਵਾਰ ਦੇ ਘਰ ਕੋਲੇ ਨਾ ਪਹੁੰਚ ਜਾਣ। ਪਰ ਜਦੋਂ ਕਿਸਾਨ, ਤੁਹਾਨੂੰ ਪਤਾ ਵੀ ਕਿਸਾਨ ਹੱਲਾ ਬੋਲਦਾ ਹੈ, ਇਹ ਹੱਲਾ ਸਭ ਤੋਂ ਭਿਆਨਕ ਹੁੰਦਾ ਹੈ। ਕੱਲ ਵਾਲੇ ਜਿਹੜਾ ਇਕੱਠ ਸੀਗਾ, ਜਿਹੜਾ ਕੱਲ ਵਾਲੀ ਜਿਹੜੀ ਭੀੜ ਸੀਗੀ ਜਿਹੜੇ ਬਾਦਲ ਪਿੰਡ ਨੂੰ ਜਾ ਰਹੇ ਸੀ ਬਹੀਰਾ ਕੱਟ ਕੇ, ਉਹਨਾਂ ਦੇ ਵਿੱਚ ਮਰਦਾਂ ਦੇ ਬਰਾਬਰ ਔਰਤਾਂ ਦੀ ਵੀ ਸ਼ਮੂਲੀਅਤ ਸੀ। ਔਰਤਾਂ ਨੇ ਆਪਣੇ ਜਿਹੜੇ ਹੈਗੇ ਸਿਰਾਂ ਦੇ ਉੱਤੇ ਜਿਹੜੀਆਂ ਕੇਸਰੀ ਚੁੰਨੀਆਂ ਲਈਆਂ ਹੋਈਆਂ ਸੀ, ਔਰ ਸੱਚਮੁੱਚ ਕੱਲ ਜਦੋਂ ਮੈਂ ਨੇੜੇ ਹੋ ਕੇ ਦੇਖਿਆ, ਮੈਨੂੰ ਐਂ ਲੱਗਦਾ ਸੀ ਕਿ ਪੰਜਾਬ ਦੀ ਹਰ ਔਰਤ ਜਿਹੜੀ ਹੈ, ਖਾਸ ਕਰਕੇ ਕਿਸਾਨ ਔਰਤਾਂ ਨੇ ਸੱਚਮੁੱਚ ਮਾਈ ਭਾਗੋ ਦਾ ਰੂਪ ਧਾਰਿਆ ਹੋਇਆ ਸੀ। ਬੇਪਰਵਾਹ ਹੋ ਕੇ ਕੁੜੀਆਂ ਨੇ, ਬੁੜੀਆਂ ਨੇ, ਬੀਬੀਆਂ ਨੇ ਧੱਕੇ ਮਾਰ ਕੇ ਪੁਲਿਸ ਦੇ ਬੈਰੀਕੇਡਾਂ ਨੂੰ ਭੁਗਾ ਕੇ ਮਾਰਿਆ, ਔਰ ਬੇਫਿਕਰ ਹੋ ਕੇ ਨਾਰੇ ਮਾਰਦੇ ਬੁਲੰਦ ਕਰਦੇ ਹੋਏ ਉਹ ਬਾਦਲ ਪਰਿਵਾਰ ਦੇ ਘਰ ਵੱਲ ਵੱਧ ਗਏ। ਇਸ ਵੇਲੇ ਦੀ ਹਾਲਤ ਇਹ ਹੈ ਕਿ ਬਾਦਲ ਪਰਿਵਾਰ ਦੇ ਘਰ ਦੇ ਉਰਲੇ ਪਾਸੇ ਜਿਹੜੀ ਮਾਨਾ ਪਿੰਡ ਨੂੰ ਸੜਕ ਜਾਂਦੀ ਹੈ, ਉੱਥੇ ਮੋਰਚਾ ਲੱਗਿਆ ਹੋਇਆ ਹੈ। ਪੂਰੀ ਤਰ੍ਹਾਂ ਉੱਥੇ ਕਿਸਾਨਾਂ ਨੇ ਆਪਣਾ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ। ਉਹਨਾਂ ਦੀਆਂ ਗੱਡੀਆਂ ਦੇ ਵਿੱਚ ਹੀ ਤਵੀਆਂ, ਵਿੱਚੇ ਦੇਗਾਂ, ਵਿੱਚੇ ਹੀ ਲੱਕੜ, ਤਿੰਬੜ ਸਾਰਾ ਉਹਦੇ ਵਿੱਚ ਰੱਖਿਆ ਹੋਇਆ ਸੀ। ਸਾਰਾ ਪ੍ਰਬੰਧ ਕਰਕੇ ਕਿਸਾਨ ਉੱਥੇ ਡਟੇ ਹੋਏ ਹੈ। ਏਦਾਂ ਹੀ ਕਿਸਾਨ ਪਟਿਆਲੇ ਦੇ ਵਿੱਚ ਡਟੇ ਹੋਏ ਹੈ। ਇਸੇ ਦਾ ਇੱਕ ਨਤੀਜਾ ਹੋਰ ਹੈ ਕਿ ਜਿਹੜੇ ਹਰਿਆਣੇ ਦੇ ਸਰਕਾਰ ਕਿਸਾਨ ਹੈ, ਹਰਿਆਣੇ ਦੇ ਸਰਕਾਰਾਂ ਜਿਹੜੇ ਕਿਸਾਨਾਂ ਨੇ ਸੰਘਰਸ਼ ਐਡਾ ਤੇਜ਼ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਸਾਰੀਆਂ ਜਰਨੈਲੀ ਸੜਕਾਂ, ਸਾਰੇ ਪਿੰਡਾਂ ਦੇ ਰਸਤੇ, ਸ਼ਹਿਰਾਂ ਦੇ ਰਸਤੇ ਬੰਦ ਕਰ ਦਿਆਂਗੇ, ਔਰ ਜਿਸ ਵੀ ਬੰਦੇ ਨੇ ਵੋਟ ਪਾਈ ਇਹਦੇ ਹੱਕ ਦੇ ਵਿੱਚ, ਉਸ ਬੰਦੇ ਨੂੰ ਅਸੀਂ ਪਿੰਡ 'ਚ ਨਹੀਂ ਵੜਨ ਦੇਵਾਂਗੇ। ਉਹ ਪਾਰਲੀਮੈਂਟ, ਚਾਹੇ ਕਾਂਗਰਸ ਦਾ ਪਾਰਲੀਮੈਂਟ ਦਾ ਮੈਂਬਰ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦਾ ਹੋਵੇ, ਚਾਹੇ ਉਹ ਜਨਹਿਤ ਜਨਤਾ ਪਾਰਟੀ ਦਾ ਹੋਵੇ, ਚੌਧਰੀ ਦੇਵੀ ਲਾਲ ਦੇ ਪੜਪੋਤਰੇ ਵਾਲੀ ਦਾ, ਨਹੀਂ ਆਉਣ ਦੇਵਾਂਗੇ। ਔਰ ਨਤੀਜਾ ਚੰਦੀ ਸਾਹਿਬ ਇਹ ਹੋਇਆ ਕਿ ਕੱਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੂਬਾ ਪ੍ਰਧਾਨ ਆ ਹਰਿਆਣੇ ਦਾ, ਉਹ ਜਾ ਕੇ ਕੇਂਦਰ ਕੋਲੇ ਪਿੱਟਿਆ ਕਿ ਜੀ ਸਾਨੂੰ ਕਿਉਂ ਮਰਵਾਉਣੇ ਆ, ਅਸੀਂ ਵੋਟਾਂ ਮਿਲੀਆਂ, ਜਿਹੜਾ ਕਿਸਾਨ ਭਾਈਚਾਰਾ ਜੇ ਸਾਡੇ ਨਾਲ ਵਿਗੜ ਗਿਆ, ਸਾਨੂੰ ਵੋਟਾਂ ਕਿੱਥੋਂ ਮਿਲ ਗਈਆਂ, ਇਹਨਾਂ ਦਾ ਕੋਈ ਨਾ ਕੋਈ ਹੱਲ ਕੱਢੋ। ਇੱਕ ਪਾਸੇ ਕੱਲ ਪਾਰਲੀਮੈਂਟ ਦੇ ਵਿੱਚ ਜਿਹੜਾ ਬਿੱਲ ਪਾਸ ਹੋ ਰਿਹਾ ਸੀ, ਦੂਜੇ ਪਾਸੇ ਖੇਤੀਬਾੜੀ ਮੰਤਰੀ ਖੇਤੀ ਭਵਨ ਦੇ ਵਿੱਚ ਕਿਸਾਨਾਂ ਨਾਲ, ਜਿਹੜੇ ਹਰਿਆਣੇ ਦੇ ਕਿਸਾਨ ਹੈ, ਉਹਨਾਂ ਦੇ ਵੱਖ-ਵੱਖ ਜਿਹੜੇ ਧੜੇ ਆ ਉਹਨਾਂ ਨਾਲ ਮੀਟਿੰਗ ਕਰ ਰਿਹਾ ਸੀ। ਲੇਕਿਨ ਭਾਰਤੀ ਕਿਸਾਨ ਯੂਨੀਅਨ ਦਾ ਜਿਹੜਾ ਵੱਡਾ ਲੀਡਰ ਹੈ ਉਸ ਇਲਾਕੇ ਦੇ ਵਿੱਚ, ਜਿਹੜਾ ਸਾਰੇ ਮੁਹਿੰਮ ਦੀ, ਸਾਰੀ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ, ਉਹਨੇ ਕਹਿ ਦਿੱਤਾ ਕਿ ਸਾਨੂੰ ਕੋਈ ਗੱਲਬਾਤ ਮਨਜ਼ੂਰ ਨਹੀਂ, ਅਸੀਂ ਬਿਲਕੁਲ ਇਹਨਾਂ ਦੇ ਨਾਲ ਨਹੀਂ ਜਾਵਾਂਗੇ, ਨਹੀਂ ਅਸੀਂ ਇਹਨਾਂ ਦੀ ਗੱਲ ਸੁਣਾਂਗੇ, ਕਿਉਂਕਿ ਇਹ ਸਰਕਾਰ ਹੈ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹੈ ਤੇ ਕਿਸਾਨਾਂ ਦੇ ਵਿਰੋਧ ਵਿੱਚ ਹੈ। ਉਹਨੇ ਇਲਜ਼ਾਮ ਲਾਇਆ ਕਿ 135 ਕਰੋੜ ਦੀ ਆਬਾਦੀ ਨੂੰ 135 ਕਰੋੜ ਦੀ ਆਬਾਦੀ ਨੂੰ ਫਾਹੇ ਟੰਗ ਕੇ ਨਰਿੰਦਰ ਮੋਦੀ ਤੇ ਉਹਦੀ ਸਰਕਾਰ ਜਿਹੜੀ ਹੈਗੀ ਹੈ 35 ਕਾਰਪੋਰੇਟ ਘਰਾਣੇ ਜਿਨ੍ਹਾਂ ਦੇ ਵਿੱਚ ਅਦਾਨੀ ਅੰਬਾਨੀ ਆਉਂਦੇ ਆ, ਉਹਨਾਂ ਨੂੰ ਬਚਾਉਣ ਵਾਸਤੇ ਲੱਗੇ ਹੋਏ ਆ। ਇਸ ਕਰਕੇ ਇਸ ਸਰਕਾਰ ਨਾਲ ਸਾਡਾ ਕੋਈ ਲਾਗਾ ਦੇਗਾ ਨਹੀਂ। ਚੰਦੀ ਸਾਹਿਬ ਇੱਥੇ ਮੈਂ ਦੱਸ ਦਿਆਂ ਕਿ ਜਿਹੜੀ ਇਹ ਆਰਡੀਨੈਂਸ ਹੈ, ਇਹ ਆਰਡੀਨੈਂਸ ਜਿਹੜੇ ਹੈਗੇ ਇਕੱਲੇ ਕਿਸਾਨਾਂ ਦੇ ਖਿਲਾਫ ਹੀ ਭੁਗਤ ਰਹੇ, ਇਹ ਆਰਡੀਨੈਂਸ ਗਰੀਬ ਲੋਕਾਂ ਦੇ ਖਿਲਾਫ ਵੀ ਭੁਗਤ ਰਹੇ ਹੈ। ਸਾਡਾ ਜਿਹੜਾ ਜਨਤਕ ਵੰਡ ਪ੍ਰਣਾਲੀ ਦਾ ਸਿਸਟਮ ਹੈ, ਜਦੋਂ ਮੁਲਕ ਦੇ ਉੱਤੇ ਕੋਈ ਮੁਸੀਬਤ ਪੈਂਦੀ ਹੈ, ਅਸੀਂ ਜਨਤਕ ਵੰਡ ਪ੍ਰਣਾਲੀ ਦੇ ਜ਼ਰੀਏ ਸਾਡੀ ਸਰਕਾਰ ਲੋਕਾਂ ਨੂੰ ਮੁਫਤ ਵੀ ਰਾਸ਼ਨ ਮੁਹੱਈਆ ਕਰਵਾਉਂਦੀ ਹੈ। ਉਹ ਦੇਖ ਲੈਂਦੇ ਆ, ਕਿਉਂਕਿ ਜਿਨ੍ਹਾਂ ਲੋਕਾਂ ਨੇ ਰਾਸ਼ਨ ਵੰਡਣਾ ਹੁੰਦਾ, ਡੀਪੂਆਂ ਵਾਲੇ ਹੁੰਦੇ ਆ, ਉਹਨਾਂ ਨੂੰ ਪਤਾ ਕਿ ਕਿੰਨੇ ਲੋਕ ਹੈ, ਕਿਹਦੇ ਕੋਲ ਕਾਰਡ ਹੈ। ਕਾਰਡ ਵਾਲਿਆਂ ਨੂੰ ਪਹਿਲਾਂ ਤਾਂ ਬੜੇ ਸਸਤੇ ਰੇਟ ਦੇ ਉੱਤੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਪੰਜਾਬ ਦੇ ਵਿੱਚ ਮਿਲਦੀ ਰਹੀ ਹੈ। ਇਹ ਕਿਸ ਪੂਲ ਦੇ ਵਿੱਚੋਂ ਆਉਂਦੀ ਹੈ, ਕਿਸ ਭੰਡਾਰ ਚੋਂ ਆਉਂਦੀ ਹੈ? ਇਹ ਉਹ ਭੰਡਾਰ ਹੈ ਜਿਹੜਾ ਸਰਕਾਰ ਨੇ ਅਨਾਜ ਲੈ ਕੇ ਖਰੀਦਿਆ ਹੁੰਦਾ ਹੈ।
ਹੁਣ ਜਦੋਂ ਸਰਕਾਰ ਨੇ ਅਨਾਜ ਖਰੀਦਣ ਤੋਂ ਨਾ ਕਰ ਦਿੱਤੀ, ਜਦੋਂ ਉਹਨਾਂ ਨੇ ਸਰਕਾਰੀ ਖਰੀਦ ਕਰਨੀ ਨਹੀਂ, ਜਾਂ ਇੱਕ ਜਿਹੜਾ ਹੋਰ ਬੜਾ ਭਿਆਨਕ ਜਿਹੜਾ ਹੈਗਾ ਫੈਸਲਾ ਕੀਤਾ ਇਸ ਸਰਕਾਰ ਨੇ, ਉਹ ਇਹ ਹੈ ਕਿ ਇੱਕ ਜ਼ਰੂਰੀ ਵਸਤਾਂ ਵਾਲਾ ਕਾਨੂੰਨ ਹੁੰਦਾ ਸੀ ਜਿਹਨੂੰ 7EC ਕਹਿ ਦਿੰਦੇ ਸੀ, 7 ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਵਾਲਾ ਕਾਨੂੰਨ, ਕਿ ਜੇ ਕੋਈ ਸ਼ਾਹੂਕਾਰ, ਜੇ ਕੋਈ ਵਪਾਰੀ ਜ਼ਰੂਰੀ ਵਸਤਾਂ ਦਾ ਭੰਡਾਰ ਕਰੂਗਾ, ਉਹਦੀ ਜ਼ਖੀਰੇਬਾਜ਼ੀ ਕਰੂਗਾ, ਜਦੋਂ ਤੁਹਾਨੂੰ ਪਤਾ ਫਸਲ ਤਾਜ਼ੀ ਆਉਂਦੀ ਹੈ, ਕਿਸਾਨ ਫਸਲ ਵੇਚਦੇ ਹੈ, ਅਮੀਰ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਖਰੀਦ ਲੈਂਦੇ ਆ, ਵੱਡੇ ਸ਼ਾਹੂਕਾਰ ਖਰੀਦ ਲੈਂਦੇ ਹੈ, ਫਿਰ ਉਹਦੀ ਉਹ ਸਟੋਰੇਜ ਕਰਦੇ ਹੈ, ਤੇ ਜਦੋਂ ਥੋੜੀ ਜਿਹੀ ਕਿੱਲਤ ਪੈਂਦੀ ਹੈ ਫਿਰ ਉਹ ਬਹੁਤ ਮਹਿੰਗੇ ਭਾਅ ਤੇ 4 ਗੁਣਾ 5 ਗੁਣਾ 10 ਗੁਣਾ 20 ਗੁਣਾ ਤੱਕ ਵੀ ਵੇਚਦੇ ਆ, ਮੁਨਾਫਾ ਕਮਾਉਂਦੇ ਹੈ। ਉਹ ਜਿਹੜੀ ਲੁੱਟ ਹੈ ਉਹ ਆਮ ਖਪਤਕਾਰ ਦੀ ਹੁੰਦੀ ਹੈ। ਉਹ ਕਾਨੂੰਨ ਇਸ ਸਰਕਾਰ ਨੇ ਖਤਮ ਕਰਨ ਦਾ ਫੈਸਲਾ ਕਰ ਲਿਆ ਕਿ 7EC ਕਾਨੂੰਨ ਵੀ ਅਸੀਂ ਖਤਮ ਕਰ ਦਿਆਂਗੇ, ਤਾਂ ਕਿ ਭੰਡਾਰਨ ਕਰਨ ਵਾਲਿਆਂ ਨੂੰ, ਸਟੋਰ ਕਰਨ ਵਾਲਿਆਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ, ਉਹਨਾਂ ਦੇ ਖਿਲਾਫ ਮੁਕੱਦਮੇ ਨਾ ਵੜਨ। ਇਹਦਾ ਨਤੀਜਾ ਕੀ ਹੋਣਾ ਕਿ ਜਿਹੜੇ ਲੋਕਾਂ ਨੂੰ ਜਨਤਕ ਵੰਡ ਪ੍ਰਣਾਲੀ ਦੇ ਰਾਹੀਂ ਰਾਸ਼ਨ ਮਿਲਦਾ ਸੀ ਉਹ ਬੰਦ ਹੋ ਜਾਣੇ। ਨਾਲ ਜਿਵੇਂ ਹੁਣ ਕੋਰੋਨਾ ਵਾਲੀ ਮਹਾਮਾਰੀ ਪਈ ਸੀ, ਇਸ ਮਹਾਮਾਰੀ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਜੀ ਅਸੀਂ ਜਨਤਕ ਵੰਡ ਪ੍ਰਣਾਲੀ ਰਾਹੀਂ ਲੋਕਾਂ ਨੂੰ ਭੁੱਖੇ ਨਹੀਂ ਮਰਨ ਦੇਵਾਂਗੇ, ਮੁਫਤ ਅਨਾਜ ਦੇਵਾਂਗੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ। ਜਦੋਂ ਬਾਂਸ ਹੀ ਨਾ ਰਿਹਾ ਤਾਂ ਬੰਸਰੀ ਕਿਵੇਂ ਵੱਜੂਗੀ? ਜਦੋਂ ਸਿਸਟਮ ਹੀ ਖਤਮ ਹੋ ਗਿਆ ਤਾਂ ਅਸੀਂ ਤਕਸੀਮ ਕਿਵੇਂ ਕਰਾਂਗੇ, ਵੰਡਾਂਗੇ ਕਿਵੇਂ? ਸੋ ਇਹ ਜਿਹੜੀ ਦੇਖਣ ਨੂੰ ਤਾਂ ਇਹ ਲੱਗਦੀ ਹੈ ਕਿ ਇਹ ਅੰਦੋਲਨ ਕਿਸਾਨਾਂ ਦਾ ਤੇ ਕਿਸਾਨਾਂ ਦੇ ਖਿਲਾਫ ਸਰਕਾਰ ਦਾ ਧਾਰਾ ਹੈ, ਲੇਕਿਨ ਅਸਲ ਦੇ ਵਿੱਚ ਦੇਖੀਏ ਤਾਂ ਇਹ ਆਮ ਲੋਕਾਂ ਦੇ ਖਿਲਾਫ ਸਰਕਾਰ ਦਾ ਇੱਕ ਬਹੁਤ ਵੱਡਾ ਹਮਲਾ ਹੈ। ਉਹਦੇ ਵਿੱਚ ਚਾਹੇ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਆਮ ਖਪਤਕਾਰ ਹੈ। ਜਿਹੜੇ ਆਮ ਖਪਤਕਾਰ ਆ, ਆਮ ਖਪਤਕਾਰਾਂ ਦਾ ਤੁਸੀਂ ਦੇਖੋ ਇਹਨਾਂ ਦੇ ਵਿੱਚ ਮਿਡਲ ਕਲਾਸ ਦੇ ਲੋਕ ਵੀ ਆਉਂਦੇ ਹੈ। ਸ਼ੁਰੂ ਦੇ ਵਿੱਚ ਜਦੋਂ ਨਵੀਂ ਆਰਥਿਕ ਨੀਤੀ ਜਿਹੜੀ ਅਡਾਪਟ ਕੀਤੀ ਸੀ ਸਾਡੀ ਸਰਕਾਰ ਨੇ, ਦਸਤਖਤ ਕੀਤੇ ਸੀ, ਜਿਹੜੀਆਂ ਡੰਕਲ ਪ੍ਰਪੋਜ਼ਲ ਸੀ, ਡੰਕਲ ਪ੍ਰਪੋਜ਼ਲਸ ਨੂੰ ਮੰਨਿਆ ਸਾਡੀ ਸਰਕਾਰ ਨੇ, ਔਰ ਬਾਅਦ ਦੇ ਵਿੱਚ ਗੈਟ ਸਮਝੌਤੇ ਦੇ ਉੱਤੇ ਦਸਤਖਤ ਕੀਤੇ। ਗੈਟ ਸਮਝੌਤੇ ਦੇ ਉੱਤੇ ਦਸਤਖਤ ਕਰਕੇ ਦੁਨੀਆ ਨੂੰ ਇੱਕ ਮੰਡੀ ਦੇ ਵਿੱਚ ਤਬਦੀਲ ਕਰਨ ਦਾ ਯਤਨ ਕੀਤਾ ਕਿ ਵੱਡੇ ਵੱਡੇ ਮਾਲ ਹੋਣਗੇ ਜਿੱਥੇ ਹਰ ਚੀਜ਼ ਮਿਲਿਆ ਕਰੂਗੀ। ਉਸ ਵੇਲੇ ਜਿਹੜੇ ਸਿਆਣੇ ਬੰਦੇ, ਸਿਆਣੇ ਵਿਦਵਾਨ ਜਦੋਂ ਆਰਟੀਕਲ ਲਿਖਦੇ ਹੁੰਦੇ ਸੀ ਕਿ ਇੱਕ ਸਮਾਂ ਆਊਗਾ ਜਦੋਂ ਛੋਟੇ ਛੋਟੇ ਕਾਰੋਬਾਰੀ ਹੈ ਜਿਹੜੇ ਇਹ ਤਬਾਹ ਹੋ ਜਾਣਗੇ, ਨਾਲੇ ਕਾਰੋਬਾਰ ਬੰਦ ਹੋ ਜਾਣਗੇ, ਸਾਰੇ ਲੋਕ ਮਾਲਾਂ ਨਾਲ ਜੁੜ ਜਾਣਗੇ ਔਰ ਕਿੰਨੀ ਵੱਡੀ ਪੱਧਰ ਦੇ ਉੱਤੇ ਬੇਰੁਜ਼ਗਾਰੀ ਫੈਲੂਗੀ। ਤੇ ਉਦੋਂ ਹੱਸਦੇ ਹੁੰਦੇ ਸੀਗੇ ਯਾਰ ਇਹ ਤਾਂ ਪਾਗਲ ਹੋ ਗਏ, ਐ ਕਿਵੇਂ ਹੁੰਦਾ ਹੈ? ਤੇ ਹੁਣ ਚੰਦੀ ਸਾਹਿਬ ਤੁਹਾਡੇ ਤਾਂ ਪਹਿਲਾਂ ਹੀ ਆਇਆ ਇੱਥੇ, ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਮਾਲਾਂ ਨਾਲ ਜੁੜ ਰਹੇ ਆ, ਮਾਲਾਂ ਚੋਂ ਕਈ ਵਾਰੀ ਤੁਹਾਨੂੰ ਪਤਾ ਵੀ ਮਾਲਸ ਦੇ ਵਿੱਚੋਂ ਕੁਆਲਿਟੀ ਦੀ ਚੀਜ਼ ਵੀ ਮਿਲਦੀ ਹੈ, ਥੋੜੀ ਪਹਿਲੀ ਸਸਤੀ ਵੀ ਦੇ ਦਿੰਦੇ ਹੈ, ਲੇਕਿਨ ਜਦੋਂ ਆਮ ਕਾਰੋਬਾਰੀ ਨੂੰ ਤਬਾਹ ਕਰ ਦਿੱਤਾ ਤੇ ਉਹ ਤੋਂ ਬਾਅਦ ਫਿਰ ਉਹ ਚੀਜ਼ਾਂ ਮਹਿੰਗੀਆਂ ਦੇਣਗੇ, ਉਹਦੇ ਨਾਲ ਖਪਤਕਾਰ ਵੀ ਲੁੱਟੇ ਜਾਣਗੇ ਤੇ ਜਿਹੜੇ ਛੋਟੇ ਛੋਟੇ ਦੁਕਾਨਦਾਰ ਆ, ਛੋਟੇ ਛੋਟੇ ਕਾਰੋਬਾਰੀ ਹੈ, ਉਹ ਵੀ ਬੇਰੁਜ਼ਗਾਰ ਹੋਣਗੇ। ਸੋ ਇਸ ਵੇਲੇ ਦੀ ਜਿਹੜੀ ਸਥਿਤੀ ਹੈਗੀ ਹੈ, ਭਾਰਤ ਦੀ ਅਫਰਾ ਤਫਰੀ ਵਾਲੀ ਹਾਲਤ ਹੋਈ ਵੀ ਹੈ। ਸੱਜੇ ਹੱਥ ਨੂੰ ਪਤਾ ਨਹੀਂ ਖੱਬਾ ਕੀ ਕਰੀ ਜਾਂਦਾ ਹੈ, ਲੋਕ ਆਪਸ ਵਿੱਚ ਇੰਨੇ ਵੰਡੇ ਹੋਏ ਹੈ। ਲੇਕਿਨ ਸਰਕਾਰਾਂ ਦੀ ਹਾਲਤ ਇਹ ਹੈ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀ ਅਮੀਰੀ ਦੇ ਵਿੱਚ ਹੋਰ ਵਾਧਾ ਕਰਨ ਵਾਸਤੇ ਉਹਨਾਂ ਦੀਆਂ ਜਿਹੜੀਆਂ ਨੌਕਰ ਬਣੀਆਂ ਹੋਈਆਂ, ਚਾਕਰੀ ਕਰ ਰਹੀਆਂ ਉਹਨਾਂ ਦਾ ਮਤਲਬ ਜਿਹੜੀ ਹੈਗੀ ਝਾੜੂ ਬਰਦਾਰ ਬਣੀਆਂ ਹੋਈਆਂ ਕਿ ਜੀ ਕਿਤੇ ਅਦਾਨੀਆਂ, ਅੰਬਾਨੀਆਂ, ਟਾਟਿਆਂ, ਬਿਰਲਿਆਂ ਨੂੰ ਕੋਈ ਨੁਕਸਾਨ ਨਾ ਹੋ ਜੇ। ਇਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਫਾਇਦਾ ਹੋਣਾ ਚਾਹੀਦਾ। ਇਸ ਵੇਲੇ ਤੁਸੀਂ ਦੇਖੋ ਕਿ ਜਦੋਂ ਕੋਰੋਨਾ ਦੀ ਮਹਾਮਾਰੀ ਦੀ ਵਜ੍ਹਾ ਕਾਰਨ ਲੋਕਾਂ ਦੇ ਸਾਰੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹੈ ਤੇ ਕੁਝ ਘਰਾਣੇ ਹੈ ਜਿਨ੍ਹਾਂ ਦੀਆਂ ਜਾਇਦਾਦਾਂ ਦੇ ਵਿੱਚ, ਜਿਨ੍ਹਾਂ ਦੇ ਮੁਨਾਫੇ ਦੇ ਵਿੱਚ, ਜਿਨ੍ਹਾਂ ਦੇ ਸਰਮਾਏ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਕਿ ਦੁਨੀਆ ਦੇ ਬਹੁਤ ਜ਼ਿਆਦਾ ਅਮੀਰ ਬੰਦੇ ਹੈ, ਸਾਡੇ ਅੰਬਾਨੀ ਸਾਹਿਬ ਦੀ ਗਿਣਤੀ ਉਹਨਾਂ 'ਚ ਹੁੰਦੀ ਹੈ। ਹੁਣ ਇਹ ਦੱਸੋ ਕਿ ਮਹਾਮਾਰੀ ਦਾ ਅਸਰ ਅੰਬਾਨੀ ਤੇ ਕਿਉਂ ਨਹੀਂ ਪਿਆ? ਉਹ ਇੱਕ ਸਧਾਰਨ ਕਿਸਾਨ ਤੇ ਕਿਉਂ ਪਿਆ? ਇੱਕੋ ਛੋਟੇ ਦੁਕਾਨਦਾਰ ਤੇ ਕਿਉਂ ਪਿਆ? ਉਹ ਇਸ ਕਰਕੇ ਪਿਆ ਕਿਉਂਕਿ ਸਰਕਾਰਾਂ ਨੇ ਨੀਤੀਆਂ ਬਣਾਈਆਂ ਕਿ ਛੋਟੇ ਬੰਦੇ ਨੂੰ ਰਗੜਨਾ ਤੇ ਵੱਡੇ ਨੂੰ ਪ੍ਰੋਟੈਕਟ ਕਰਨਾ। ਸੋ ਇਹ ਸਥਿਤੀ ਹੈ ਤੇ ਹੁਣ ਇਹਦੇ ਤੇ ਜਦੋਂ ਕਿਸਾਨ ਜਿਹੜੇ ਹੈਗੇ ਆ ਉਹ ਕਾਫਲੇ ਬਣ ਕੇ ਸੜਕਾਂ ਤੇ ਆ ਨਿਕਲੇ, ਉਹਨਾਂ ਨੇ ਆਪਣੇ ਛੋਟੇ ਛੋਟੇ ਬੱਚੇ ਵੀ ਨਾਲ ਚੁੱਕੇ ਹੋਏ ਆ, ਔਰਤਾਂ ਵੀ ਆਪਣੇ ਭਾਂਡੇ ਟੀਂਡੇ ਨਾਲ ਲੈ ਕੇ ਲੰਗਰ ਪਾਣੀ ਪਕਾਉਣ ਵਾਸਤੇ ਮੋਰਚਿਆਂ ਦੇ ਵਿੱਚ ਆਈਆਂ ਹੋਈਆਂ। ਤਾਂ ਇਸ ਵੇਲੇ ਬਖਸ਼ ਤਾਂ ਪਿਆ ਹੋਇਆ, ਪੰਜਾਬ ਸਰਕਾਰ ਨੂੰ ਪਿਆ ਹੋਇਆ, ਹਰਿਆਣੇ ਨੂੰ ਵੀ ਪਿਆ ਹੋਇਆ, ਲੇਕਿਨ ਉੱਪਰੋਂ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਭਾਵੇਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ, ਲੇਕਿਨ ਹਕੀਕਤ ਇਹ ਹੈ ਕਿ ਇਹ ਸਰਕਾਰ ਜਿਹੜੀ ਹੈਗੀ ਹੈ ਇਹ ਕਮਿਟਡ ਹੈ, ਇਹ ਇਸ ਗੱਲ ਤੇ ਪ੍ਰਤੀਬੱਧ ਹੈ। ਜਿਹੜੇ ਆਪਣੇ ਪ੍ਰਭੂ ਹੈ, ਜਿਹੜੇ ਇਹਨਾਂ ਦੇ ਪ੍ਰਭੂ ਧੰਨਾ ਸੇਠ ਹੈ ਕਿ ਧੰਨਾ ਸੇਠੋ ਤੁਹਾਨੂੰ ਅਸੀਂ ਕਿਸੇ ਕਿਸਮ ਦੀ ਕੋਈ ਆਂਚ ਨਹੀਂ ਆਉਣ ਦੇਵਾਂਗੇ। ਇਹ ਤੋਂ ਅੱਗੇ ਜਿਹੜਾ ਚੰਦੀ ਸਾਹਿਬ ਹੋ ਰਿਹਾ, ਹੁਣ ਤੱਕ ਇਹ ਕਾਨੂੰਨ ਆ ਰਿਹਾ ਹੈ, ਅੱਗੇ ਇੱਕ ਕਾਨੂੰਨ ਹੋਰ ਆ ਰਿਹਾ ਜਿਹਦੇ ਨਾਲ ਲੈਂਡ ਐਕੁਜੀਸ਼ਨ ਐਕਟ 2013 ਜਿਹੜਾ ਰਾਹੁਲ ਗਾਂਧੀ ਨੇ ਉਦੋਂ ਬਣਵਾਇਆ ਸੀ ਜਦੋਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕੀਤਾ ਜਾ ਰਿਹਾ ਸੀ, ਕਿਸਾਨ ਵਿਰੋਧ ਕਰਦੇ ਸੀ,
ਔਰ ਮੱਧ ਪ੍ਰਦੇਸ਼ ਦੇ ਵਿੱਚ ਤੇ ਯੂਪੀ ਦੇ ਵਿੱਚ ਕਿਸਾਨਾਂ ਤੇ ਗੋਲੀਆਂ ਚੱਲੀਆਂ ਸੀ, ਕਿਸਾਨ ਮਾਰੇ ਗਏ ਸੀ। ਉਦੋਂ ਉਹਨੇ ਕਿਹਾ ਸੀ ਅਸੀਂ ਇੱਕ ਕਾਨੂੰਨ ਬਣਾਵਾਂਗੇ ਤੇ ਡਾਕਟਰ ਮਨਮੋਹਨ ਸਿੰਘ ਵੇਲੇ ਕਾਨੂੰਨ ਬਣਵਾ ਦਿੱਤਾ ਸੀ। ਅੰਗਰੇਜ਼ਾਂ ਵੇਲੇ ਦਾ ਜਿਹੜਾ ਲੈਂਡ ਐਕੁਜੀਸ਼ਨ ਐਕਟ ਹੈ ਉਹਨੂੰ ਖਤਮ ਕਰਵਾ ਕੇ ਉਹਦੀ ਥਾਂ ਦੇ ਉੱਤੇ ਨਵਾਂ ਐਕਟ ਆ ਗਿਆ ਸੀ, ਜਿਹਦਾ ਮਤਲਬ ਇਹ ਸੀ ਕਿ ਜੇ ਸ਼ਹਿਰ ਦੇ ਵਿੱਚੋਂ ਕਿਸੇ ਦੀ ਜ਼ਮੀਨ ਅਕਵਾਇਰ ਕੀਤੀ ਜਾਊਗੀ ਮਾਰਕੀਟ ਰੇਟ ਨਾਲੋਂ ਦੁੱਗਣਾ ਰੇਟ ਦਿੱਤਾ ਜਾਊਗਾ, ਤੇ ਜੇ ਪੇਂਡੂ ਇਲਾਕਿਆਂ ਦੇ ਵਿੱਚ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਅਕਵਾਇਰ ਕੀਤੀ ਜਾਂਦੀ ਹੈ ਤਾਂ ਉਹਨੂੰ ਮਾਰਕੀਟ ਰੇਟ ਦਾ 4 ਗੁਣਾ ਦਿੱਤਾ ਜਾਊਗਾ। ਇਹ ਹੁਣ ਕਿਉਂਕਿ ਜਿਹੜੇ ਹੈਗੇ ਆ ਕਾਰਪੋਰੇਟ ਲਾਬੀ ਉਹ ਕਹਿੰਦੇ ਜੀ ਸਾਨੂੰ ਹੁਣ ਜ਼ਮੀਨਾਂ ਜਿਹੜੀਆਂ ਹੈਗੀਆਂ ਬਹੁਤ ਮਹਿੰਗੀਆਂ ਮਿਲਦੀਆਂ, ਸਾਡੇ ਕਾਰੋਬਾਰ ਅਸੀਂ ਸਥਾਪਿਤ ਕਰਨੇ ਹੈ। ਇਕੱਲੇ ਕਾਰੋਬਾਰ ਨਹੀਂ ਸਥਾਪਿਤ ਕਰਨੇ ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਖੇਤੀ ਦੇ ਵਿੱਚ ਆਉਣੇ, ਸੋ ਲੋਕਾਂ ਦੀ ਜ਼ਮੀਨ ਜਿਹੜੀ ਹੈਗੀ ਆ ਸਸਤੇ ਭਾਅ ਦੇ ਉੱਤੇ ਐਕਵਾਇਰ ਕੀਤੀ ਜਾਊਗੀ। ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਲੈਂਡ ਐਕੁਜੀਸ਼ਨ ਐਕਟ 2013 ਜਿਹੜੀ ਹੈ ਉਹਨੂੰ ਵੀ ਖਤਮ ਕਰਕੇ ਉਹਦੀ ਥਾਂ ਤੇ ਕਾਰਪੋਰੇਟ ਫ੍ਰੈਂਡਲੀ ਐਕਟ ਲੈ ਕੇ ਆ ਰਹੀ ਹੈ। ਇਹ ਹੈ ਇੱਕ ਕਮਲੀ ਤੇ ਦੂਜੀ ਪੈ ਗਈ ਸਿਵਿਆਂ ਦੇ ਰਾਹ। ਸਥਿਤੀ ਇਹ ਹੈ ਕਿ ਭਾਰਤ ਜਦੋਂ ਬਹੁਤ ਵੱਡੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੈ, ਕੋਰੋਨਾ ਵਰਗੀ ਖਤਰਨਾਕ ਬਿਮਾਰੀ ਨੇ ਇਹਨੂੰ ਆਪਣੇ ਜਾਲ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਕਿ ਇਸ ਵੇਲੇ ਅਸੀਂ ਨੰਬਰ 2 ਤੇ ਆ ਗਏ ਤੇ ਸਾਡਾ ਮੁਕਾਬਲਾ ਚੱਲ ਰਿਹਾ ਕਿ ਅਮਰੀਕਾ ਨੂੰ ਪਿੱਛੇ ਛੱਡ ਕੇ ਅਸੀਂ ਨੰਬਰ 1 ਤੇ ਚਲੇ ਜਾਈਏ। ਡੇਲੀ ਲੱਖ ਮਰੀਜ਼ ਜਿਹੜਾ ਹੈਗਾ ਜੀ ਉਹ ਆ ਰਹੇ ਆ ਪੋਜ਼ਿਟਿਵ। ਇਹਦੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਲੋਕਾਂ ਦੀ ਰਾਖੀ ਕੀਤੀ ਜਾਂਦੀ, ਪਰ ਸਾਡੀ ਸਰਕਾਰ ਜਿਹੜੇ ਪਾਸੇ ਨੂੰ ਜਾ ਰਹੀ ਹੈ, ਸਰਕਾਰ ਇਸ ਗੱਲ ਦੇ ਉੱਤੇ ਜਾ ਰਹੀ ਹੈ ਕਿ ਇਹ ਜਿਹੜੀ ਮਹਾਮਾਰੀ ਹੈ, ਮਹਾਮਾਰੀ ਦਾ ਬਹਾਨਾ ਲੱਭ ਕੇ ਇਹਦੇ ਜਰੀਏ ਲੋਕ ਹੁਣ ਪ੍ਰੋਟੈਸਟ ਨਹੀਂ ਕਰ ਸਕਦੇ, ਲੋਕ ਸੜਕਾਂ ਤੇ ਨਹੀਂ ਆ ਸਕਦੇ। ਇਸ ਕਰਕੇ ਆਪਾਂ ਜਿੰਨੇ ਐਂਟੀ ਪੀਪਲ ਕਾਨੂੰਨ ਉਹ ਬਣਾ ਲਈਏ। ਲੇਕਿਨ ਮੈਂ ਪੰਜਾਬ, ਹਰਿਆਣਾ ਤੇ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵਧਾਈ ਦੇਵਾਂਗਾ ਕਿ ਜਿਨ੍ਹਾਂ ਨੇ ਸਾਰਾ ਕੁਝ ਛੱਡ ਕੇ ਇਸ ਗੱਲ ਤੋਂ ਇਹ ਬੇਪਰਵਾਹ ਹੋ ਕੇ ਕਿ ਸਾਡੇ ਨਾਲ ਹੋਣੀ ਕੀ ਹੈ, ਅਸੀਂ ਜੇਲ੍ਹਾਂ 'ਚ ਜਾਣਾ ਕਿ ਨਹੀਂ ਜਾਣਾ, ਉਹਨਾਂ ਨੇ ਸੜਕਾਂ ਮੱਲੀਆਂ ਹੋਈਆਂ, ਉਹਨਾਂ ਨੇ ਮੋਰਚੇ ਲਾਏ ਹੋਏ ਹੈ। ਬਲਵੀਰ ਸਿੰਘ ਰਾਜੇਵਾਲ ਇੱਕ ਵੱਡਾ ਲੀਡਰ ਹੈ ਕਿਸਾਨ ਯੂਨੀਅਨ ਦਾ, ਉਹਨੇ ਇਹ ਗੱਲ ਕਹੀ ਹੈ ਕਿ ਅੱਜ ਅਸੀਂ ਸਾਰੇ ਜਿਹੜੇ ਹੈਗੇ ਸਾਰੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੀ ਲਗਭਗ 200-300 ਜਥੇਬੰਦੀਆਂ ਸਾਰੇ ਭਾਰਤ ਦੇ ਵਿੱਚ, ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਹੈ। ਉਸ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਅੱਜ ਕਿਸਾਨ ਸਾਰੇ ਦੇ ਸਾਰੇ ਜਿਹੜੇ ਹੈਗੇ ਦਿੱਲੀ ਜਾ ਰਹੇ ਹੈ, ਜਿਹੜੇ ਲੀਡਰ ਹੈ। ਔਰ ਦਿੱਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਲੇ ਕੱਪੜੇ ਪਾ ਕੇ ਅਸੀਂ ਫਿਰ ਇੱਕ ਵਾਰੀ ਪ੍ਰੋਟੈਸਟ ਕਰਾਂਗੇ। ਉਸ ਤੋਂ ਬਾਅਦ ਅੱਜ ਹੀ ਉਹ ਫੈਸਲਾ ਕਰਨਗੇ ਕਿ ਐਜੀਟੇਸ਼ਨ ਦੀ ਅਗਲੀ ਫਾਰਮ ਕੀ ਹੋਵੇ, ਅਗਲਾ ਤੌਰ ਤਰੀਕਾ ਕੀ ਹੋਵੇ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ, ਕਿਸਾਨਾਂ ਦਾ ਇਹ ਅੰਦੋਲਨ ਸਫਲਤਾਪੂਰਵਕ ਅੱਗੇ ਵਧ ਰਿਹਾ ਹੈ। ਬੇਸ਼ੱਕ ਠੀਕ ਹੈ ਕਾਨੂੰਨ ਬਣਾ ਦੇਣਗੇ, ਪਰ ਕਾਨੂੰਨ ਤਾਂ ਲੋਕਾਂ ਤੇ ਲਾਗੂ ਕਰਨੇ ਹੁੰਦੇ ਹੈ। ਜਦੋਂ ਲੋਕਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਹ ਕਾਨੂੰਨ ਨਹੀਂ ਮੰਨਾਂਗੇ, ਫਿਰ ਸਰਕਾਰਾਂ ਸਰਪੂਰਾਂ ਬੇਅਸਰ ਹੋ ਜਾਂਦੀਆਂ। ਮੈਨੂੰ ਉਮੀਦ ਹੈ ਕਿ ਸਾਡੇ ਲੋਕ ਜਿਹੜੇ ਹੈਗੇ ਹੈ, ਜਿੰਨੀ ਕੁ ਉਹਨਾਂ ਦੇ ਵਿੱਚ ਏਕਤਾ ਤੇ ਪ੍ਰਤੀਬੱਧਤਾ ਅੱਜ ਹੈ, ਜੇ ਇਹ ਏਕਤਾ ਤੇ ਪ੍ਰਤੀਬੱਧਤਾ ਇਵੇਂ ਜਿਵੇਂ ਬਰਕਰਾਰ ਰਹੇਗੀ ਤਾਂ ਸਰਕਾਰ ਨੂੰ ਆਪਣਾ ਥੁੱਕਿਆ ਚੱਟਣਾ ਪਊਗਾ। ਜੀ।